ਪਿਆਰੇ ਵਿਦਿਆਰਥੀਓ, ਅੱਜ ਅਸੀਂ ਨਾਵਲਕਾਰ ਨਛੱਤਰ ਦਾ ਨਾਵਲ ਕਵਨ ਦੇਸ ਹੈ ਮੇਰਾ ਦਾ 9ਵਾਂ ਕਾਂਡ ਪੜ੍ਹਾਂਗੇ। ਆਪਣੇ ਚਾਹ ਵਾਲੇ ਖੋਖੇ ਨੂੰ ਬੰਦ ਕਰਨ ਤੋਂ ਪਹਿਲਾਂ ਕੇਰੂ ਨੇ ਬੱਸਾਂ, ਕਾਰਾਂ ਅਤੇ ਟਰੱਕਾਂ ਦੇ ਟਾਇਰਾਂ ਹੇਠ ਦਿਨ ਭਰ ਦਮ ਤੋੜਦੀ ਰਹੀ ਸੜਕ ਵੱਲ ਦੇਖਿਆ। ਆਵਾਜਾਈ ਘੱਟ ਜਾਣ ਕਾਰਨ ਉਸਨੂੰ ਸੜਕ ਮੁਰਦਾ ਹੋਈ ਲੱਗੀ। ਉਸੇ ਪਲ ਉਸਨੂੰ ਬਾਲਮੀਕੀ ਚੌਕ ਵੱਲੋਂ ਇੱਕ ਟਰੱਕ ਆਉਂਦਾ ਦਿਖਾਈ ਦਿੱਤਾ। ਉਸਦੀ ਚਾਲ ਬਾਕੀ ਵਾਹਨਾਂ ਨਾਲੋਂ ਕੁਝ ਜ਼ਿਆਦਾ ਹੀ ਮੱਠੀ ਲੱਗ ਰਹੀ ਸੀ। ਟਰੱਕ ਦੇ ਇੰਜਣ ਦਾ ਪੂਰਾ ਜ਼ੋਰ ਲੱਗ ਰਿਹਾ ਹੋਣ ਕਾਰਨ ਅਲੱਗ ਹੀ ਤਰ੍ਹਾਂ ਦੀ ਪੈਦਾ ਹੁੰਦੀ ਆਵਾਜ਼ ਨਾਲ ਪੂਰਾ ਆਲਾ ਦੁਆਲਾ ਗੂੰਜਣ ਲੱਗ ਪਿਆ। ਸਾਰੇ ਪਾਸਿਓਂ ਆਪਣਾ ਧਿਆਨ ਹਟਾ ਕੇਰੂ ਟਰੱਕ ਦੇ ਅੱਗੇ ਲੰਘ ਜਾਣ ਦਾ ਇੰਤਜ਼ਾਰ ਕਰਨ ਲੱਗ ਪਿਆ। ਮਾਲਕਾ, ਇੰਨਾ ਕੁ ਖਾਣ ਪੀਣ ਜੋਗਾ ਦਿੰਦਾ ਰਹੇ ਤਾਂ ਬਾਕੀ ਦੀ ਜ਼ਿੰਦਗੀ ਵੀ ਚੰਗੀ ਤਰ੍ਹਾਂ ਬੀਤ ਜੂ। ਖੋਖੇ ਅੰਦਰ ਇੱਕ ਨੁਕਰੇ ਲਟਕਦੇ ਜੂਟ ਦੇ ਝੋਲੇ ਵਿੱਚ ਰੱਖਿਆ ਦੇਸੀ ਸ਼ਰਾਬ ਦਾ ਅੱਧਿਆ ਕੱਢ ਉਸ ਵਿੱਚੋਂ ਪਾਈਆ ਕੁ ਸਟੀਲ ਦੇ ਗਲਾਸ ਵਿੱਚ ਪਾ ਉਸਨੇ ਇੱਕ ਪਲ ਲਈ ਗਰਦਨ ਘੁਮਾ ਪਿਛਾਂਹ ਦੇਖਿਆ। ਖੋਖੇ ਦੇ ਨੇੜੇ ਤੇੜੇ ਉਸਨੂੰ ਕੋਈ ਵੀ ਆਉਂਦਾ ਜਾਂਦਾ ਦਿਖਾਈ ਨਾ ਦਿੱਤਾ। ਉਸਨੇ ਗਿਲਾਸ ਵਿੱਚ ਨਾਮਾਤਰ ਹੀ ਪਾਣੀ ਪਾਇਆ ਅਤੇ ਸੱਜੇ ਹੱਥ ਦੀ ਉਂਗਲ ਗਿਲਾਸ ਵਿੱਚ ਡੋਬ ਉੱਪਰ ਅਸਮਾਨ ਵੱਲ ਛਿੱਟਾ ਦਿੰਦਿਆਂ ਮਨ ਹੀ ਮਨ ਆਪਣੇ ਇਸ਼ਟ ਨੂੰ ਧਿਆ ਗਿਲਾਸ ਖਾਲੀ ਕਰ ਦਿੱਤਾ। ਅੱਧੀ ਖਾਲੀ ਹੋਈ ਸ਼ੀਸ਼ੀ ਵਿੱਚ ਉਸਨੇ ਪਾਣੀ ਭਰ ਲਿਆ। ਉੱਥੋਂ ਤੁਰਨ ਤੋਂ ਪਹਿਲਾਂ ਕੇਰੂ ਨੇ ਇੱਕ ਵਾਰ ਫੇਰ ਖੋਖੇ ਅੰਦਰਲੀ ਇੱਕ ਚੀਜ਼ ਵੱਲ ਧਿਆਨ ਨਾਲ ਦੇਖਿਆ। ਖੋਖਾ ਬੰਦ ਕਰ ਉਹ ਕੁਝ ਪਲ ਬੱਸ ਅੱਡੇ ਵੱਲ ਜਾਂਦੇ ਆਟੋ ਰਿਕਸ਼ੇ ਅਤੇ ਸਾਈਕਲ ਰਿਕਸ਼ਿਆਂ ਨੂੰ ਦੇਖਦਾ ਰਿਹਾ। ਜਦ ਕਦੇ ਉਸਨੂੰ ਖੋਖਾ ਬੰਦ ਕਰਨ ਲੱਗਿਆਂ ਦੇਰੀ ਹੋ ਜਾਂਦੀ ਤਾਂ ਉਹ ਘਰ ਜਾਣ ਲਈ ਸਾਈਕਲ ਰਿਕਸ਼ਾ ਲੈ ਲੈਂਦਾ। ਪਰ ਉਸ ਦਿਨ ਐਤਵਾਰ ਹੋਣ ਕਾਰਨ ਆਸ-ਪਾਸ ਦੀਆਂ ਲਗਭਗ ਸਾਰੀਆਂ ਦੁਕਾਨਾਂ ਅਤੇ ਦਫ਼ਤਰ ਬੰਦ ਸਨ। ਪੂਰਾ ਦਿਨ ਗਾਹਕੀ ਹਲਕੀ ਰਹੀ ਹੋਣ ਕਰਕੇ ਕੇਰੂ ਦਿਨ ਭਰ ਵਿਹਲਾ ਬੈਠ ਮੱਖੀਆਂ ਹੀ ਮਾਰਦਾ ਰਿਹਾ। ਬਾਲੇ ਦੇਸੀ ਜਾਣ ਲਈ ਪੁੱਛ ਚੁੱਕੇ ਫਿਰਦਿਆਂ ਦੀ ਖੱਲ ਲਾਉਣ ਲਈ ਤਾਂ ਪਹਿਲਾਂ ਹੀ ਟਰੈਵਲ ਏਜੰਟਾਂ ਦੀਆਂ ਹੇੜਾਂ ਤੁਰੀਆਂ ਫਿਰਦੀਆਂ ਨੇ, ਪਰ ਲੋਕਾਂ ਨੂੰ ਮੁੰਨਣ ਦਾ ਆਹ ਇੱਕ ਹੋਰ ਨਵਾਂ ਹੀ ਤਰੀਕਾ ਆ ਗਿਆ ਏ। 100% ਆਈਲੈਟਸ ਪਾਸ ਕਰਵਾਉਣ ਦੀ ਗਰੰਟੀ ਦਿੰਦਿਆਂ ਲਈ ਕਈ ਦੁਕਾਨਾਂ ਅੱਗੇ ਲੱਗੇ ਬੋਰਡ ਉਤਲੀਆਂ ਰੋਸ਼ਨੀਆਂ ਤੁਰੇ ਜਾਂਦੇ ਕੇਰੂ ਦੀਆਂ ਅੱਖਾਂ ਵਿੱਚ ਸਿੱਧੀਆਂ ਪਈਆਂ ਤਾਂ ਇੱਕ ਥਾਵੇਂ ਖੜ੍ਹੇ ਹੋ ਉਸਨੇ ਆਪਣੇ ਆਪ ਨਾਲ ਹੀ ਇਹ ਗੱਲ ਕੀਤੀ। ਉੱਥੋਂ ਤੁਰਨ ਤੋਂ ਪਹਿਲਾਂ ਕੇਰੂ ਨੂੰ ਲੱਗਿਆ ਜਿਵੇਂ ਆਈਲੈਟ ਸੈਂਟਰ ਦੇ ਦਫ਼ਤਰ ਅੰਦਰ ਬੈਠਾ ਕਾਲੇ ਬੱਕਰੇ ਵਾਲਾ ਹਾਕਮ ਬਾਹਰ ਖੜ੍ਹੇ ਕੇਰੂ ਨੂੰ ਦੇਖ ਹੱਸਿਆ ਹੋਵੇ। ਕੇਰੂ ਨੇ ਕਾਲੇ ਸ਼ੀਸ਼ਿਆਂ ਵਾਲੇ ਦਫ਼ਤਰ ਦੇ ਹੋਰ ਲਾਗੇ ਜਾ ਅੰਦਰ ਦੇਖਿਆ ਤਾਂ ਉਸਨੂੰ ਹਾਕਮ ਦੇ ਨਾਲ ਬੈਠੇ ਉਹਨਾਂ ਸਾਰਿਆਂ ਦੇ ਚਿਹਰੇ ਵੀ ਦਿਖਾਈ ਦਿੱਤੇ ਜਿਹੜੇ ਉਸ ਨਾਲ 10ਵੀਂ ਤੱਕ ਪੜ੍ਹੇ ਅਤੇ ਬਾਅਦ ਵਿੱਚ ਇੱਕ-ਇੱਕ ਕਰਕੇ ਕਿਸੇ ਨਾ ਕਿਸੇ ਬਾਹਰਲੇ ਦੇਸ਼ ਜਾ ਬੈਠੇ ਸਨ। ਕੇਰੂ ਦੇ ਪਰਿਵਾਰ ਦੀ ਹਾਲਤ ਬਹੁਤ ਮਾੜੀ ਹੋਣ ਕਾਰਨ ਉਹ ਸਕੂਲ ਦੀ ਪੜ੍ਹਾਈ ਤੋਂ ਅੱਗੇ ਨਹੀਂ ਸੀ ਪੜ੍ਹ ਸਕਿਆ। ਪੜ੍ਹੇ ਤਾਂ ਬਾਕੀ ਦੇ ਵੀ ਨਹੀਂ ਸਨ, ਪਰ ਉਹਨਾਂ ਦੇ ਪਿਓ ਦਾਦਿਆਂ ਦੀਆਂ ਜ਼ਮੀਨਾਂ ਜਾਇਦਾਦਾਂ ਹੋਣ ਕਾਰਨ ਉਹਨਾਂ ਨੇ ਲੱਖਾਂ ਰੁਪਏ ਟਰੈਵਲ ਏਜੰਟਾਂ ਨੂੰ ਦੇ ਬਾਹਰਲੇ ਦੇਸ਼ ਜਾਣ ਦਾ ਪ੍ਰਬੰਧ ਕਰ ਲਿਆ। ਉਸ ਸਮੇਂ ਕੇਰੂ ਨੇ ਚਾਹ ਵਾਲਾ ਖੋਖਾ ਨਹੀਂ ਸੀ ਖੋਲ੍ਹਿਆ। ਆਪਣੇ ਪਿੰਡ ਦੇ ਕਾਮਰੇਡ ਮੱਖਣ ਸਿੰਘ ਦੀਆਂ ਗੱਲਾਂ ਵਿੱਚ ਆਇਆ ਉਹ ਜਲੰਧਰ ਦੇ ਦੇਸ ਭਗਤ ਹਾਲ ਵਿੱਚ ਹੋਣ ਵਾਲੇ ਪ੍ਰੋਗਰਾਮਾਂ ਵਿੱਚ ਉਸ ਨਾਲ ਅਕਸਰ ਹੀ ਜਾਣ ਲੱਗ ਪਿਆ ਸੀ। ਉਹਨਾਂ ਪ੍ਰੋਗਰਾਮਾਂ ਵਿੱਚ ਵਿਦਵਾਨਾਂ ਦੇ ਵਿਚਾਰ ਸੁਣ ਕੇਰੂ ਨੂੰ ਚੰਗਾ ਲੱਗਿਆ। ਕਾਮਰੇਡ ਦੀ ਪਾਰਟੀ ਵੱਲੋਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਜਾਂ ਚੰਡੀਗੜ੍ਹ ਵਿੱਚ ਕਰਵਾਏ ਜਾਣ ਵਾਲੇ ਜਲਸੇ ਜਲੂਸਾਂ ਵਿੱਚ ਵੀ ਉਸਨੇ ਕਾਮਰੇਡ ਨਾਲ ਜਾਣਾ ਸ਼ੁਰੂ ਕਰ ਦਿੱਤਾ। ਕਾਕਾ, ਕਾਮਰੇਡ ਨਾਲ ਤੁਰਦੇ ਫਿਰਦਿਆਂ ਤੈਨੂੰ ਤਾਂ ਖਾਣ ਪੀਣ ਨੂੰ ਕੁਝ ਨਾ ਕੁਝ ਮਿਲ ਜਾਂਦਾ ਹੋਊ, ਪਰ ਘਰ ਬੈਠਿਆਂ ਬਾਰੇ ਵੀ ਕੁਝ ਸੋਚ ਲੈ। ਕੇਰੂ ਦੇ ਬਾਪੂ ਦਿਆਲੇ ਨੇ ਉਸਨੂੰ ਵਿਹਲਾ ਫਿਰਦਾ ਦੇਖ ਕੋਈ ਨਾ ਕੋਈ ਕੰਮ ਕਰਨ ਲਈ ਕਈ ਵਾਰ ਆਖਿਆ ਸੀ। ਕਾਮਰੇਡ ਜੀ, ਸਰਕਾਰੀ ਦਫ਼ਤਰੀ ਜਾਂਦੇ ਆਉਂਦੇ ਰਹਿਣ ਕਾਰਨ ਤੁਹਾਡੀ ਤਾਂ ਬਥੇਰੀ ਜਾਣ ਪਛਾਣ ਹੋਊ, ਕੋਈ ਮੇਰੇ ਲਾਇਕ ਵੀ ਕੰਮ ਲੱਭੋ। ਹੁਣ ਤਾਂ ਬਾਪੂ ਦੀਆਂ ਗੱਲਾਂ ਸੁਣ ਵੀ ਮਨ ਅੱਕਿਆ ਪਿਆ। ਕੇਰੂ ਨੇ ਕਈ ਵਾਰ ਕਾਮਰੇਡ ਨੂੰ ਇਹ ਗੱਲ ਆਖੀ, ਪਰ ਉਹ ਹਰ ਵਾਰ ਹੀ ਕਰਦਿਆਂ ਕੁਝ ਆਖ ਸਾਰ ਦਿੰਦਾ। 2-2.5 ਵਰ੍ਹੇ ਪਿੱਛੇ ਫਿਰਨ ਤੋਂ ਬਾਅਦ ਕਾਮਰੇਡ ਨੇ ਭੋਗਪੁਰ ਦੀ ਖੰਡ ਮਿੱਲ ਦੇ ਕਾਮਿਆਂ ਦੀ ਜਥੇਬੰਦੀ ਦੇ ਪ੍ਰਧਾਨ ਨੂੰ ਆਖ ਕੇਰੂ ਨੂੰ ਰੋਜ਼ਾਨਾ ਦੀ ਦਿਹਾੜੀ 'ਤੇ ਲਵਾ ਦਿੱਤਾ। ਪੈਸੇ ਤਾਂ ਉੱਥੇ ਥੋੜ੍ਹੇ ਹੀ ਮਿਲਦੇ ਸਨ, ਪਰ ਬੱਝਵੀਂ ਦਿਹਾੜੀ ਹੋਣ ਕਾਰਨ ਕੇਰੂ ਨੇ ਆਪਣੇ ਮਨ ਨੂੰ ਸਮਝਾ ਲਿਆ। ਪੌਣੇ ਕੁ 2 ਸਾਲ ਕੇਰੂ ਦਾ ਕੰਮ ਠੀਕ-ਠਾਕ ਚੱਲਦਾ ਰਿਹਾ, ਪਰ ਦਿਹਾੜੀ ਦੇ ਪੈਸੇ ਵਧਾਉਣ ਲਈ ਕਾਮਿਆਂ ਦੀ ਜਥੇਬੰਦੀ ਨੇ ਇੱਕ ਵਾਰ ਹੜਤਾਲ ਕਰ ਦਿੱਤੀ। 15-20 ਦਿਨ ਮਿੱਲ ਬੰਦ ਰਹਿਣ ਤੋਂ ਬਾਅਦ ਕਾਮਿਆਂ ਦੀ ਦਿਹਾੜੀ ਦੇ ਪੈਸੇ ਤਾਂ ਕੁਝ ਨਾ ਕੁਝ ਵੱਧ ਗਏ, ਪਰ ਹੜਤਾਲ ਵੇਲੇ ਜਿਹੜੇ ਕਾਮੇ ਅੱਗੇ ਹੋ ਨਾਅਰੇ ਲਾਉਂਦੇ ਰਹੇ ਸਨ ਉਹਨਾਂ ਨੂੰ ਨੌਕਰੀਓਂ ਜਵਾਬ ਮਿਲ ਗਿਆ। ਕੇਰੂ ਵੀ ਕੱਢੇ ਗਏ ਕਾਮਿਆਂ ਵਿੱਚੋਂ ਇੱਕ ਸੀ। ਦੁਬਾਰਾ ਸੜਕ 'ਤੇ ਆ ਜਾਣ ਕਾਰਨ ਕੇਰੂ ਨੇ ਫਿਰ ਮੱਖਣ ਕਾਮਰੇਡ ਦਾ ਲੜ ਫੜਿਆ। ਨੌਕਰੀ ਨਾਲੋਂ ਜੇ ਤੈਨੂੰ ਛੋਟੇ-ਮੋਟੇ ਕੰਮ ਲਈ ਕੋਈ ਬੈਠਣ ਲਈ ਟਿਕਾਣਾ ਮਿਲ ਜੇ ਤਾਂ
ਉਹ ਠੀਕ ਨਹੀਂ ਰਹੂ। ਇੱਕ ਦਿਨ ਦੇਸ ਭਗਤ ਯਾਦਗਾਰ ਹਾਲ ਦੇ ਬਾਹਰ ਖੜੇ ਕਾਮਰੇਡ ਮੱਖਣ ਦੀ ਆਖੀ ਗੱਲ ਸੁਣ ਕੇਰੂ ਉਸਦੇ ਚਿਹਰੇ ਵੱਲ ਧਿਆਨ ਨਾਲ ਦੇਖਣ ਲੱਗ ਪਿਆ, ਜਿਵੇਂ ਉਸਨੂੰ ਕਾਮਰੇਡ ਦੀ ਗੱਲ ਦੀ ਸਮਝ ਨਾ ਲੱਗੀ ਹੋਵੇ। ਜਲੰਧਰ ਮਿਊਨਿਸਪੈਲਿਟੀ ਦੇ ਦਫ਼ਤਰ 'ਚ ਮੇਰੀ ਜਾਣ ਪਛਾਣ ਦਾ ਇੱਕ ਬੰਦਾ ਕੰਮ ਕਰਦਾ ਏ। ਮੈਂ ਉਸ ਨਾਲ ਗੱਲ ਕਰਕੇ ਦੇਖਦਾ। ਜੇ ਇੱਥੇ ਨੇੜੇ ਤੇੜੇ ਇੱਕ ਖੋਖਾ ਰਖਵਾਉਣ ਲਈ ਉਹ ਮੰਨ ਜੇ ਤਾਂ ਤੇਰਾ ਕੰਮ ਬਣ ਜੂ। ਯਾਦਗਾਰ ਹਾਲ ਦੇ ਨੇੜੇ ਹੋਣ ਕਾਰਨ ਸਾਨੂੰ ਉੱਠਣ ਬੈਠਣ ਲਈ ਥਾਂ ਮਿਲ ਜੂ। ਇੱਥੇ ਹੋਣ ਵਾਲੇ ਸਮਾਗਮਾਂ ਸਮੇਂ ਆਏ ਲੋਕਾਂ ਲਈ ਚਾਹ ਦਾ ਪ੍ਰਬੰਧ ਵੀ ਹੋ ਜੂ। ਇਹ ਆ ਕਾਮਰੇਡ ਕੇਰੂ ਦਾ ਹੁੰਗਾਰਾ ਉਡੀਕਣ ਲੱਗਿਆ। ਗੱਲ ਤਾਂ ਕਾਮਰੇਡ ਦੀ 16 ਆਨੇ ਠੀਕ ਆ। ਦੇਸ ਭਗਤ ਹਾਲ ਦੇ ਨੇੜੇ ਹੋਣ ਕਾਰਨ ਲੋਕਾਂ ਨਾਲ ਮਿਲਣਾ ਗਿਲਣਾ ਵੀ ਬਣਿਆ ਰਹੂ। ਸਾਲ ਭਰ ਸਮਾਗਮ ਹੁੰਦੇ ਰਹਿਣ ਕਾਰਨ ਗਾਹਕੀ ਵੀ ਪੈਂਦੀ ਰਹੂ। ਕਾਮਰੇਡ ਦੀ ਗੱਲ ਸੁਣ ਕੇਰੂ ਨੇ ਮਨ ਹੀ ਮਨ ਸੋਚਿਆ। ਕੋਈ ਜਵਾਬ ਨਹੀਂ ਦਿੱਤਾ। ਕਾਮਰੇਡ ਨੇ ਉਸ ਨੂੰ ਚੁੱਪ ਖੜਾ ਦੇਖ ਪੁੱਛਿਆ, ਕਾਮਰੇਡ ਜੀ, ਤੁਸੀਂ ਠੀਕ ਹੀ ਸੋਚਦੇ ਹੋਵੋਗੇ। ਕੇਰੂ ਦਾ ਨਿੱਕਾ ਜਿਹਾ ਜਵਾਬ ਸੀ। 2-3 ਮਹੀਨਿਆਂ ਦੇ ਅੰਦਰ ਕੇਰੂ ਲਈ ਇੱਕ ਲੱਕੜ ਦਾ ਖੋਖਾ ਬਣਵਾ ਕਾਮਰੇਡ ਨੇ ਵਾਲਮੀਕੀ ਚੌਕ ਦੇ ਲਾਗੇ ਸੜਕ ਕਿਨਾਰੇ ਰਖਵਾ ਦਿੱਤਾ। ਖੋਖੇ ਅਤੇ ਹੋਰ ਨਿੱਕੇ ਮੋਟੇ ਸਮਾਨ 'ਤੇ ਜਿੰਨੇ ਵੀ ਪੈਸੇ ਖਰਚ ਆਏ, ਉਹਨਾਂ ਦਾ ਸਾਰਾ ਪ੍ਰਬੰਧ ਕਾਮਰੇਡ ਮੱਖਣ ਨੇ ਆਪਣੇ ਆਪ ਹੀ ਕੀਤਾ। ਬੱਸ ਸਟੈਂਡ ਦੇ ਤੋਂ ਅੱਗੋਂ ਨਿਕਲ ਜਾਣ ਤੋਂ ਬਾਅਦ ਆਪਣੀਆਂ ਸੋਚਾਂ ਵਿੱਚ ਗੁਆਚ ਤੁਰੇ ਜਾਂਦੇ ਕੇਰੂ ਨੂੰ ਆਪਣੀ ਪੀਤੀ ਹੋਈ ਦਾ ਨਸ਼ਾ ਲੈਣ ਦਾ ਲੱਗਿਆ ਤਾਂ ਉਸਨੇ ਸੜਕ ਕਿਨਾਰੇ ਖੜੇ ਹੋ ਆਪਣੇ ਅੱਗੇ ਪਿੱਛੇ ਝਾਤੀ ਮਾਰੀ। ਕਾਫੀ ਹਨੇਰਾ ਹੋ ਜਾਣ ਕਾਰਨ ਸੜਕ ਦੂਰ ਤੱਕ ਖਾਲੀ ਪਈ ਸੀ। ਕੇਰੂ ਨੇ ਆਪਣੇ ਮੋਢੇ ਨਾਲ ਲਟਕਦੇ ਥੈਲੇ ਵਿੱਚ ਪਈ ਬਾਕੀ ਬਚੀ ਦਾਰੂ ਵਾਲੀ ਸ਼ੀਸ਼ੀ ਬੁੱਲਾਂ ਨਾਲ ਲਾ ਗਟਾਗਟ 2-3 ਘੁੱਟਾਂ ਭਰ ਲਈਆਂ। ਦਾਰੂ ਅੰਦਰ ਚਲੀ ਜਾਣ ਤੋਂ ਬਾਅਦ ਉਸਦੀ ਤੋਰ ਵਿੱਚ ਕੁਝ ਤੇਜ਼ੀ ਆ ਗਈ। ਤੁਰੇ ਜਾਂਦਿਆਂ ਉਸਦੀ ਸੋਚਾਂ ਦੀ ਟੂਟੀ ਲੜੀ ਇੱਕ ਵਾਰ ਫੇਰ ਜੁੜ ਗਈ। ਕੇਰੂ ਦੇ ਨਾਲ ਪੜ੍ਹਦੇ ਹਾਕਮ ਨੇ ਸਕੂਲ ਦੀ ਪੜ੍ਹਾਈ ਖਤਮ ਕਰਨ ਤੋਂ ਬਾਅਦ ਜਲੰਧਰ ਦੇ ਖਾਲਸਾ ਕਾਲਜ ਵਿੱਚ ਦਾਖਲਾ ਲੈ ਲਿਆ, ਪਰ ਉਸਦੇ ਬਾਪੂ ਕੋਲ ਬੇਸ਼ੁਮਾਰ ਜ਼ਮੀਨ ਜਾਇਦਾਦ ਹੋਣ ਕਾਰਨ ਹਾਕਮ ਨੂੰ ਪੜ੍ਹਾਈ ਦਾ ਕੋਈ ਫਾਇਦਾ ਹੁੰਦਾ ਦਿਖਾਈ ਨਾ ਦਿੱਤਾ। ਉਨੀ ਦਿਨੀਂ ਦੁਆਬੇ ਦੇ ਪਿੰਡਾਂ ਵਿੱਚੋਂ ਬਾਹਰਲੇ ਮੁਲਕੀ ਗਏ ਨੌਜਵਾਨਾਂ ਦੀਆਂ ਗੱਲਾਂ ਸੁਣ ਹਾਕਮ ਵੀ ਬਾਹਰ ਜਾਣ ਲਈ ਲੋਰੀਆਂ ਲੈਣ ਲੱਗ ਪਿਆ। ਬਾਪੂ ਜੀ, ਮੈਂ ਵੀ ਕਿਸੇ ਬਾਹਰਲੇ ਦੇਸ਼ ਜਾਣਾ ਚਾਹੁੰਦਾ। ਇੱਕ ਦਿਨ ਹਾਕਮ ਨੇ ਆਪਣੇ ਬਾਪੂ ਦਾ ਚੰਗਾ ਰੋਹ ਦੇਖ ਉਸ ਨੂੰ ਆਪਣੇ ਮਨ ਦੀ ਗੱਲ ਆਖੀ ਤਾਂ ਉਸਨੇ ਹਾਕਮ ਵੱਲ ਘੂਰ ਕੇ ਦੇਖਿਆ। ਆਪਣੇ ਕੋਲ ਇੰਨੀ ਜ਼ਮੀਨ ਜਾਇਦਾਦ ਆ, ਤੂੰ ਭਾਵੇਂ ਖੜ ਕੇ ਖਰਚਦਾ ਰਹਿ ਫੇਰ ਵੀ ਨਹੀਂ ਮੁੱਕਣੀ। ਬਾਹਰ ਤਾਂ ਉਹ ਜਾਣ ਜਿਨ੍ਹਾਂ ਕੋਲ ਕੁਝ ਹੈ ਨਹੀਂ। ਹਾਕਮ ਦੀ ਗੱਲ ਸੁਣ ਉਸਦਾ ਬਾਪੂ ਉਸਨੂੰ ਚਾਰੇ ਖੁਰ ਚੁੱਕ ਕੇ ਪੈ ਗਿਆ। ਬਾਪੂ ਦੇ ਤੱਤੇ ਬੋਲ ਸੁਣ ਇੱਕ ਪਲ ਲਈ ਤਾਂ ਹਾਕਮ ਘਬਰਾ ਗਿਆ, ਪਰ ਉਹ ਆਪਣੀ ਗੱਲ ਉਸਨੂੰ ਚੰਗੀ ਤਰ੍ਹਾਂ ਸਮਝਾਉਣ ਲਈ ਅੰਦਰ ਫੇਰ ਤਿਆਰੀ ਕਰਨ ਲੱਗ ਪਿਆ। ਜੇ ਉੱਧਰ ਕੋਈ ਚੰਗਾ ਕੰਮ ਧੰਦਾ ਮਿਲ ਗਿਆ ਤਾਂ ਆਪਣੀ ਹੋਰ ਪੈਲੀ ਬਣ ਜੂ। ਇਸੇ ਬਹਾਨੇ ਮੈਂ ਵੀ ਤੁਰ ਫਿਰ ਕੇ ਦੁਨੀਆ ਦੇਖ ਲੂੰ। ਹਾਕਮ ਨੇ ਬਾਪੂ ਨੂੰ ਠੰਡਾ ਹੋ ਗਿਆ ਦੇਖ ਆਖਿਆ, ਪਰ ਉਸ ਨੇ ਫੇਰ ਪਹਿਲਾਂ ਵਾਂਗ ਹੀ ਫੁੰਕਾਰਾ ਮਾਰ ਉਸ ਵੱਲ ਦੇਖਿਆ। ਉਸ ਦਿਨ ਤਾਂ ਹਾਕਮ ਆਪਣੇ ਬਾਪੂ ਦਾ ਗੁੱਸਾ ਦੇਖ ਇੱਧਰ ਉੱਧਰ ਹੋ ਗਿਆ, ਪਰ ਉਸ ਨੇ ਹਾਰ ਨਹੀਂ ਸੀ ਮੰਨੀ। ਆਹ ਨਿੱਕੀਆਂ ਸੁੱਕੀਆਂ ਜਾਤਾਂ ਦੇ ਮੁੰਡੇ ਕੁੜੀਆਂ ਬਾਹਰਲੇ ਮੁਲਕੀ ਭੱਜ ਜਾ ਰਹੇ ਨੇ, ਆਪਾਂ ਉਹਨਾਂ ਨਾਲੋਂ ਮਰੇ ਹੋਏ ਤਾਂ ਨਹੀਂ। ਇੱਕ ਦਿਨ ਹਾਕਮ ਦੀ ਆਖੀ ਗੱਲ ਸੁਣ ਉਸਦੇ ਬਾਪੂ ਦੇ ਪ੍ਰਿੰਡ ਵਾਂਗ ਜਾ ਲੜੀ। ਰੁਪਈਆਂ ਦੀ ਪੰਡ ਟਰੈਵਲ ਏਜੰਟਾਂ ਨੂੰ ਦੇਣ ਤੋਂ ਬਾਅਦ ਉਸਦੇ ਬਾਪੂ ਨੇ ਹਾਕਮ ਨੂੰ ਇੰਗਲੈਂਡ ਪਹੁੰਚਾ ਦਿੱਤਾ। ਹਾਕਮ ਦੇ ਉੱਥੇ ਪਹੁੰਚਣ 'ਤੇ ਜਿੰਨੀ ਦੇਰ ਉਸਦਾ ਬਾਪੂ ਹਾਕਮ ਨੂੰ ਪੈਸੇ ਭੇਜਦਾ ਰਿਹਾ, ਉਦੋਂ ਤੱਕ ਉਹ ਬਾਹਰਲੀ ਦੁਨੀਆ ਦੇ ਨਜ਼ਾਰੇ ਲੈਂਦਾ ਰਿਹਾ। ਪਰ ਜਦੋਂ ਉਸਦੇ ਬਾਪੂ ਨੇ ਪੈਸੇ ਭੇਜਣੇ ਬੰਦ ਕਰ ਦਿੱਤੇ ਤਾਂ ਉਸਨੂੰ ਹੱਥਾਂ ਪੈਰਾਂ ਦੀ ਪੈ ਗਈ। ਜਿਸ ਤਰ੍ਹਾਂ ਉਹ ਕੰਮ ਭਾਲਦਾ ਸੀ, ਘੱਟ ਪੜ੍ਹਿਆ ਹੋਣ ਕਾਰਨ ਉਸਨੂੰ ਮਿਲ ਨਹੀਂ ਸੀ ਰਿਹਾ, ਪਰ ਅਣਸਿੱਖੇ ਕਾਮਿਆਂ ਦੇ ਵਰਗ ਵਿੱਚ ਜਿਹੜੇ ਕੰਮ ਉਸ ਵਰਗੇ ਬੰਦਿਆਂ ਨੂੰ ਕਰਨੇ ਪੈ ਰਹੇ ਸਨ, ਉਹਨਾਂ ਵੱਲ ਦੇਖ ਹਾਕਮ ਨੱਕ ਬੁੱਲ ਮਾਰਦਾ ਰਿਹਾ। ਵਾਪਸ ਪਿੰਡ ਮੁੜ ਜਾਣ ਬਾਰੇ ਸੋਚਦਿਆਂ ਵੀ ਉਸਨੂੰ ਆਪਣੀ ਹੇਠੀ ਮਹਿਸੂਸ ਹੁੰਦੀ ਲੱਗੀ। ਜਦੋਂ ਉਸ ਦੀ ਕੋਈ ਵਾਹ ਨਾ ਚੱਲੀ ਤਾਂ ਆਪਣੇ ਪਿੰਡਾਂ ਵੱਲ ਦੇ ਜਿੰਨੇ ਨੌਜਵਾਨਾਂ ਨੂੰ ਏਅਰਪੋਰਟ, ਮਾਲਸ ਜਾਂ ਵੱਡੇ ਰੈਸਟੋਰੈਂਟ ਵਿੱਚ ਟਾਇਲਟਸ ਜਾਂ ਵਾਸ਼ਰੂਮ ਵਿੱਚ ਕੰਮ ਕਰਦੇ ਦੇਖ ਉਹ ਪਰਾਂ ਨੂੰ ਮੂੰਹ ਪਵਾ ਲੰਘ ਜਾਂਦਾ ਸੀ। ਉਸ ਨੂੰ ਵੀ ਉਹ ਜਿਹੇ ਕੰਮ ਕਰਨੇ ਪਏ। ਭਾਜੀ, ਮੈਂ ਏਡੇ ਵੱਡੇ ਬੰਦਿਆਂ ਵਿੱਚ ਬੈਠਾ ਚੰਗਾ ਲੱਗੂ। ਪਹਿਲੀ ਵਾਰ ਬਾਹਰੋਂ ਆਏ ਹਾਕਮ ਨੇ ਆਪਣੇ ਦੋਸਤਾਂ ਨੂੰ ਜਲੰਧਰ ਦੇ ਇੱਕ ਵਧੀਆ ਹੋਟਲ ਵਿੱਚ ਬੁਲਾ ਦਾਰੂ ਦੀ ਪਾਰਟੀ ਦਿੱਤੀ ਸੀ। ਹਾਕਮ ਨੇ ਕੇਰੂ ਨੂੰ ਵੀ ਉੱਥੇ ਆਉਣ ਦਾ ਸੁਨੇਹਾ ਭਿਜਵਾਇਆ। ਸੁਨੇਹਾ ਦੇਣ ਆਏ ਬੰਦੇ ਨੂੰ ਕੇਰੂ ਨੇ ਇਹ ਗੱਲ ਆਖੀ, ਤੂੰ ਸਿੱਧੀ ਤਰ੍ਹਾਂ ਆਉਣਾ ਐ ਜਾਂ ਤੈਨੂੰ ਚੁੱਕ ਕੇ ਲਿਜਾਈਏ। ਸੁਨੇਹਾ ਲੈ ਕੇ ਆਉਣ ਵਾਲੇ ਨੇ ਆਪਣੇ ਫੋਨ ਤੋਂ ਹਾਕਮ ਦਾ ਨੰਬਰ ਮਿਲਾ ਉਸ ਦੀ ਗੱਲ ਕੇਰੂ ਨਾਲ ਕਰਵਾ ਦਿੱਤੀ। ਓਏ ਪਤੰਦਰੋ, ਮੈਨੂੰ ਉੱਥੇ ਬੁਲਾ ਕੇ ਤੁਸੀਂ ਕੀ ਕਰਾਉਣਾ ਏ? ਤੁਸੀਂ ਆਪ ਹੀ ਮੌਜ ਮੇਲਾ ਕਰ ਲਓ। ਹਾਕਮ ਦੀ ਕੁਰਕੀ ਸੁਣ ਕੇਰੂ ਤੋਂ ਬੋਲ ਕੇ ਉਸਨੂੰ ਤਾਂ ਕੁਝ ਨਾ ਆਖਿਆ ਗਿਆ, ਪਰ ਫੋਨ ਬੰਦ ਹੋਣ 'ਤੇ ਆਪਣੇ ਸਾਹਮਣੇ ਖੜੇ ਬੰਦੇ ਨੂੰ ਮਿਣ ਕਰਦਿਆਂ ਉਸਦੇ ਮੂੰਹੋਂ ਇਹ ਬੋਲ ਨਿਕਲੇ ਸਨ,
ਪਾਰਟੀ ਵਾਲੀ ਥਾਵੇਂ ਹਾਕਮ ਨਵੇਂ ਵਿਆਹੇ ਲਾੜੇ ਵਾਂਗ ਟਹਿਲਦਾ ਫਿਰ ਰਿਹਾ ਸੀ। ਉਸਦੇ ਪਾਏ ਹੋਏ ਬ੍ਰੈਂਡਡ ਕੱਪੜੇ ਲਿਸ਼ਕਾ ਮਾਰ ਰਹੇ ਸਨ। ਉੱਥੇ ਇਕੱਠੇ ਹੋਏ ਪੁਰਾਣੇ ਮਿੱਤਰਾਂ ਨਾਲ ਨਾਟਕੀ ਅੰਦਾਜ਼ ਵਿੱਚ ਗੱਲਾਂ ਕਰਨ ਸਮੇਂ ਆਪਣੇ ਉੱਪਰ ਨੂੰ ਉੱਠੇ ਹੱਥਾਂ ਦੀਆਂ ਉਂਗਲਾਂ ਵਿੱਚ ਸੋਨੇ ਦੀਆਂ ਛਾਪਾਂ ਦਾ ਚਮਕਣਾ ਕੇਰੂ ਅਤੇ ਉੱਥੇ ਬੈਠੇ ਹੋਰਾਂ ਦੀਆਂ ਅੱਖਾਂ ਵਿੱਚ ਚੁਭ ਰਿਹਾ ਸੀ। ਹਾਕਮ ਦੇ ਗੱਲ ਕਰਨ ਸਮੇਂ ਉਸਦੀ ਕਮੀਜ਼ ਦੇ ਖੁੱਲ੍ਹੇ ਬਟਨਾਂ ਕਾਰਨ ਛਾਤੀ ਉੱਤੇ ਲਟਕਦੀ ਮੋਟੀ ਸੰਗਲੀ ਵਰਗੀ ਸੋਨੇ ਦੀ ਚੈਨ ਵੀ ਉੱਥੇ ਬੈਠਿਆਂ ਨੂੰ ਆਪਣੇ ਉੱਤੇ ਬਹੁਤ ਭਾਰੂ ਹੋਈ ਲੱਗੀ। "ਭਾਅ ਜੀ, ਉੱਥੇ ਤੁਸੀਂ ਕੀ ਕੰਮ ਕਰਦੇ ਹੋ?" ਇਹ ਗੱਲ ਕੇਰੂ ਹਾਕਮ ਨੂੰ ਪੁੱਛਣੀ ਚਾਹੁੰਦਾ ਸੀ, ਪਰ 2-3 ਪੈਗ ਪੀਣ ਤੋਂ ਬਾਅਦ ਉਸਦੇ ਲਾਗੇ ਬੈਠੇ ਇੱਕ ਹੋਰ ਨੌਜਵਾਨ ਨੇ ਇਹ ਸਵਾਲ ਪੁੱਛ ਜਿਵੇਂ ਹਾਕਮ ਦੇ ਸਿਰ ਵਿੱਚ ਠਾਹ ਸੋਟਾ ਮਾਰਿਆ ਹੋਵੇ। "ਤੂੰ ਡਰਿੰਕ ਵੱਲ ਧਿਆਨ ਰੱਖ।" ਹਾਕਮ ਨੇ ਸਵਾਲ ਪੁੱਛਣ ਵਾਲੇ ਵੱਲ ਹਲਕਾ ਜਿਹਾ ਘੂਰ ਕੇ ਦੇਖਿਆ, ਜਿਵੇਂ ਉਸ ਕੋਲੋਂ ਕੋਈ ਗਲਤ ਗੱਲ ਪੁੱਛੀ ਗਈ ਹੋਵੇ, ਪਰ ਜਲਦੀ ਹੀ ਹਾਕਮ ਨੇ ਆਪਣੇ ਅੰਦਰਲੇ ਗੁੱਸੇ ਨੂੰ ਦਬਾਉਂਦਿਆਂ ਗੱਲ ਹਾਸੇ ਠੱਠੇ ਵਿੱਚ ਬਦਲ ਦਿੱਤੀ। ਉਸ ਸਮੇਂ ਹਾਕਮ ਦੇ ਚਿਹਰੇ ਉਤਲੇ ਪ੍ਰਭਾਵ ਕੇਰੂ ਦੀ ਅੱਖ ਨੇ ਤਾਂ ਫੜ ਲਏ, ਪਰ ਬਾਕੀਆਂ ਨੇ ਉਹ ਦੇਖੇ ਜਾਂ ਨਹੀਂ ਇਹ ਉਸ ਨੂੰ ਪਤਾ ਨਾ ਲੱਗਿਆ। ਸਵਾਲ ਪੁੱਛਣ ਵਾਲੇ ਨੂੰ ਹਾਕਮ ਦੀ ਆਖੀ ਗੱਲ ਸੁਣ ਉੱਥੇ ਬੈਠਿਆਂ ਵਿੱਚੋਂ ਦੁਬਾਰਾ ਕਿਸੇ ਨੂੰ ਵੀ ਅਜਿਹਾ ਕੁਝ ਪੁੱਛਣ ਦੀ ਹਿੰਮਤ ਨਾ ਪਈ ਜਿਸ ਨੂੰ ਸੁਣ ਹਾਕਮ ਨੂੰ ਆਪਣੀ ਹੇਠੀ ਮਹਿਸੂਸ ਹੁੰਦੀ ਹੋਵੇ। ਸੜਕ ਉੱਤੇ ਤੁਰੇ ਜਾ ਰਹੇ ਕੇਰੂ ਨੂੰ ਆਪਣੀਆਂ ਅੱਖਾਂ ਅੱਗੇ ਉਹਨਾਂ ਸਭ ਜਾਣ ਪਛਾਣ ਵਾਲਿਆਂ ਦੇ ਚਿਹਰੇ ਦਿਖਾਈ ਦਿੱਤੇ ਜਿਹੜੇ ਇੱਕ-ਇੱਕ ਕਰਕੇ ਉਸਦਾ ਸਾਥ ਛੱਡ ਵਿਦੇਸ਼ ਵਿੱਚ ਜਾ ਬੈਠੇ ਸਨ। ਉਹ ਸਾਰੇ ਦੇ ਸਾਰੇ ਜਦ ਕਦੇ ਵੀ ਪੰਜਾਬ ਆਏ ਤਾਂ ਉਹਨਾਂ ਨੇ ਹਾਕਮ ਵਾਂਗ ਹੀ ਉੱਥੇ ਰਹਿੰਦੇ ਆਪਣੇ ਦੋਸਤਾਂ ਨੂੰ ਹੋਟਲਾਂ ਵਿੱਚ ਬੁਲਾ ਮੁਰਗੇ ਮੱਛੀ ਨਾਲ ਵਿਸਕੀ ਦੇ ਗਿਲਾਸ ਭਰ-ਭਰ ਪਿਆਏ ਸਨ। ਬਾਹਰੋਂ ਆਉਣ ਵਾਲਿਆਂ ਨੂੰ ਇੰਨਾ ਖੁੱਲ੍ਹਾ ਖਰਚਾ ਕਰਦੇ ਦੇਖ ਉੱਥੇ ਬੈਠਿਆਂ ਦੇ ਮੂੰਹ ਅੱਡੇ ਦੇ ਅੱਡੇ ਰਹਿ ਜਾਂਦੇ। ਅਜਿਹੀਆਂ ਕਈ ਮਹਿਫਲਾਂ ਵਿੱਚ ਕੇਰੂ ਦੇ ਆਪ ਵੀ ਸ਼ਾਮਿਲ ਹੋਣ ਕਾਰਨ ਸੜਕ ਉੱਤੇ ਤੁਰੇ ਜਾਂਦੇ ਉਸ ਨੂੰ ਇੱਕ ਵਾਰ ਫੇਰ ਉਹ ਸਭ ਕੁਝ ਸਾਫ਼-ਸਾਫ਼ ਦਿਖਾਈ ਦੇਣ ਲੱਗ ਪਿਆ। ਬਾਹਰੋਂ ਆਇਆਂ ਵੱਲੋਂ ਇੰਨੇ ਪੈਸੇ ਖਰਚਣ ਦਾ ਰਾਜ਼ ਉਦੋਂ ਕੇਰੂ ਨੂੰ ਸਮਝ ਨਹੀਂ ਸੀ ਆਇਆ, ਪਰ ਬਾਅਦ ਵਿੱਚ ਪਤਾ ਲੱਗਿਆ ਕਿ ਉਹਨਾਂ ਦੇ $100 ਜਾਂ £100 ਇੱਧਰ ਆ ਕਈ ਹਜ਼ਾਰ ਰੁਪਇਆਂ ਦੇ ਬਰਾਬਰ ਬਣ ਜਾਂਦੇ ਸਨ। ਉਦੋਂ ਬਾਹਰੋਂ ਆਇਆਂ ਵੱਲੋਂ ਦਿਖਾਏ ਜਲਵੇ ਨੇ ਉਹਨਾਂ ਦੀਆਂ ਮਹਿਫਲਾਂ ਵਿੱਚ ਬੈਠਣ ਵਾਲਿਆਂ ਦੇ ਮਨਾਂ ਵਿੱਚ ਵੀ ਬਾਹਰਲੇ ਦੇਸ਼ ਜਾਣ ਦੀ ਛੁਆਤੀ ਲਾ ਦਿੱਤੀ ਸੀ। ਜੇ ਲੱਖਾਂ ਰੁਪਏ ਖਰਚ ਕੇ ਵੀ ਬਾਹਰ ਜਾ ਤੁਸੀਂ ਖੇਤਾਂ ਬਾਗਾਂ 'ਚ ਜੰਗਲਾਂ ਵਿੱਚ ਦਿਹਾੜੀਆਂ ਹੀ ਕਰਨੀਆਂ ਨੇ ਤਾਂ ਉਹੀ ਕੰਮ ਇੱਥੇ ਕਰਦੇ ਤੁਹਾਡੇ ਸੱਪ ਲੜਦਾ। ਪਹਿਲੀ ਵਾਰ ਹਾਕਮ ਦੇ ਪੰਜਾਬ ਆਉਣ 'ਤੇ ਜਲੰਧਰ ਦੇ ਹੋਟਲ ਵਿੱਚ ਆਪਣੇ ਦੋਸਤਾਂ ਨੂੰ ਦਿੱਤੀ ਪਾਰਟੀ ਸਮੇਂ ਉਸਦੇ ਇੱਕ ਦੋਸਤ ਵੱਲੋਂ ਹਾਕਮ ਦੇ ਕੰਮ ਬਾਰੇ ਪੁੱਛਣ 'ਤੇ ਹਾਕਮ ਨੇ ਕਿਵੇਂ ਨੱਕ ਚੜ੍ਹਾਇਆ ਸੀ, ਉਹ ਹੀ ਘਟਨਾ ਇੱਕ ਵਾਰ ਫੇਰ ਕੇਰੂ ਦੀਆਂ ਅੱਖਾਂ ਅੱਗੋਂ ਦੀ ਲੰਘੀ ਤਾਂ ਉਸਦੀ ਪੀਤੀ ਦਾਰੂ ਨੇ ਜਿਵੇਂ ਉਸਦੇ ਦਿਮਾਗ ਅੰਦਰ ਖੋਰੂ ਪਾ ਦਿੱਤਾ ਹੋਵੇ। ਹਾਕਮ ਅਤੇ ਉਸ ਤੋਂ ਬਾਅਦ ਪੰਜਾਬ ਵਿੱਚ ਆਉਣ ਵਾਲਿਆਂ ਨੇ ਵੀ ਬਾਹਰ ਜਾ ਕੇ ਕੀਤੇ ਜਾਣ ਵਾਲੇ ਕੰਮ ਬਾਰੇ ਕਦੇ ਕਿਸੇ ਨੂੰ ਨਹੀਂ ਸੀ ਦੱਸਿਆ। ਇਹ ਰਾਜ਼ ਦਹਾਕਿਆਂ ਤੱਕ ਰਾਜ਼ ਹੀ ਬਣਿਆ ਰਿਹਾ, ਪਰ ਜਦੋਂ ਸੋਸ਼ਲ ਮੀਡੀਆ ਰਾਹੀਂ ਇੱਧਰੋਂ ਬਾਹਰਲੇ ਦੇਸ਼ਾਂ ਵਿੱਚ ਗਏ ਲੋਕਾਂ ਦੀ ਰਹਿਣੀ ਬਹਿਣੀ ਅਤੇ ਉਹਨਾਂ ਵੱਲੋਂ ਕੀਤੇ ਜਾਂਦੇ ਕੰਮ ਧੰਦਿਆਂ ਬਾਰੇ ਇੱਥੇ ਰਹਿੰਦੇ ਲੋਕਾਂ ਨੂੰ ਪਤਾ ਲੱਗਣ ਲੱਗਿਆ ਤਾਂ ਬਾਹਰ ਜਾਣ ਤੋਂ ਕਈ ਨੱਕ ਬੁੱਲ ਮਾਰਨ ਲੱਗ ਪਏ ਸਨ। "ਕਿਹਰ ਸਿਆਂ, ਤੈਨੂੰ ਵੀ ਉੱਥੇ ਬੁਲਾਉਣ ਬਾਰੇ ਕੁਝ ਨਾ ਕੁਝ ਸੋਚਦੇ ਆਂ।" ਜਦੋਂ ਹਾਕਮ ਪਹਿਲੀ ਵਾਰ ਪੰਜਾਬ ਆਇਆ ਤਾਂ ਵਾਪਸ ਜਾਣ ਤੋਂ ਪਹਿਲਾਂ ਉਸ ਨੇ ਕੇਰੂ ਨੂੰ ਇਹ ਗੱਲ ਆਖੀ ਸੀ। ਹਾਕਮ ਦੀ ਗੱਲ ਸੁਣਨ ਤੋਂ ਬਾਅਦ ਕਈ ਮਹੀਨਿਆਂ ਤੱਕ ਕੇਰੂ ਉਸਦੇ ਫ਼ੋਨ ਆਉਣ ਦੀ ਉਡੀਕ ਕਰਦਾ ਰਿਹਾ। 6-7 ਮਹੀਨਿਆਂ ਬਾਅਦ ਹਾਕਮ ਦਾ ਫ਼ੋਨ ਤਾਂ ਆਇਆ, ਪਰ ਉਸ ਵੱਲੋਂ ਕੀਤੀਆਂ ਗੱਲਾਂ ਵਿੱਚ ਕੇਰੂ ਦੇ ਬਾਹਰ ਜਾਣ ਵਾਲੀ ਗੱਲ ਜਿਵੇਂ ਉਹ ਭੁੱਲ ਹੀ ਗਿਆ ਹੋਵੇ। ਕਈ ਵਾਰ ਕੇਰੂ ਦਾ ਮਨ ਕੀਤਾ ਕਿ ਉਹ ਹਾਕਮ ਨੂੰ ਉਸ ਵੱਲੋਂ ਆਖੀ ਗੱਲ ਯਾਦ ਕਰਵਾਏ, ਪਰ ਜਦੋਂ ਵੀ ਹਾਕਮ ਦਾ ਫ਼ੋਨ ਆਇਆ ਤਾਂ ਪੂਰਾ ਸਮਾਂ ਉਹ ਆਪ ਹੀ ਬੋਲਦਾ ਰਿਹਾ। ਉਸਨੇ ਕੇਰੂ ਨੂੰ ਕਦੇ ਵੀ ਬੋਲਣ ਦਾ ਮੌਕਾ ਨਹੀਂ ਸੀ ਦਿੱਤਾ। "ਚੰਗਾ, ਬਾਕੀ ਫੇਰ ਕਦੇ।" ਹਰ ਵਾਰ ਇਹ ਬੋਲ ਹਾਕਮ ਫ਼ੋਨ ਬੰਦ ਕਰ ਦਿੰਦਾ ਸੀ। ਉਸ ਸਮੇਂ ਕੇਰੂ ਨੂੰ ਲੱਗਦਾ ਸੀ ਜਿਵੇਂ ਪਹਿਲਾਂ ਹੀ ਇੰਨੀ ਦੂਰ ਬੈਠਾ ਹਾਕਮ ਫ਼ੋਨ 'ਤੇ ਆਪਣੀਆਂ ਗੱਲਾਂ ਸੁਣਾ ਕੇਰੂ ਕੋਲੋਂ ਹੋਰ ਦੂਰ ਹੁੰਦਾ ਜਾ ਰਿਹਾ ਹੋਵੇ। ਪਿਛਲੇ 20-25 ਸਾਲਾਂ ਵਿੱਚ ਹਾਕਮ ਨੇ ਇੱਕ-ਇੱਕ ਕਰਕੇ ਆਪਣੇ ਪਰਿਵਾਰ ਦੇ ਸਾਰੇ ਜੀਆਂ ਅਤੇ ਕਈ ਰਿਸ਼ਤੇਦਾਰਾਂ ਨੂੰ ਬਾਹਰ ਬੁਲਾ ਲਿਆ, ਪਰ ਕੇਰੂ ਵੱਲ ਜਿਵੇਂ ਉਸਦਾ ਧਿਆਨ ਕਦੇ ਗਿਆ ਹੀ ਨਾ ਹੋਵੇ। "ਕਿਹਰ ਸਿਆਂ, ਇੰਗਲੈਂਡ ਗਿਆ ਤੇਰਾ ਯਾਰ ਹਾਕਮ ਢਿੱਲੋਂ ਪਾਰਟੀ ਲਈ ਕਾਫੀ ਚੰਦਾ ਭੇਜਦਾ ਰਹਿੰਦਾ ਏ। ਇਸ ਵਾਰੀ ਗਦਰੀ ਬਾਬਿਆਂ ਦੇ ਮੇਲੇ 'ਤੇ ਉਸਨੇ ਆਉਣ ਦਾ ਪ੍ਰੋਗਰਾਮ ਬਣਾਇਆ ਹੋਇਆ।" ਇੱਕ ਦਿਨ ਕੇਰੂ ਦੇ ਖੋਖੇ ਦੇ 2-3 ਬਾਹਰੋਂ ਆਏ ਬੰਦਿਆਂ ਨਾਲ ਚਾਹ ਪੀਣ ਆਏ ਕਾਮਰੇਡ ਮੱਖਣ ਨੇ ਉਸਨੂੰ ਦੱਸਿਆ। ਉਸ ਸਮੇਂ ਕਾਮਰੇਡ ਮੱਖਣ ਦੀ ਆਖੀ ਗੱਲ ਸੁਣ ਕੇਰੂ ਨੇ ਕੋਈ ਜਵਾਬ ਨਹੀਂ ਸੀ ਦਿੱਤਾ, ਪਰ ਉਹ ਹਲਕਾ ਜਿਹਾ ਮੁਸਕਰਾਇਆ ਜ਼ਰੂਰ ਸੀ। ਉਸਨੂੰ ਉਸ ਸਮੇਂ ਤੱਕ ਵੀ ਪਤਾ ਨਹੀਂ ਸੀ ਲੱਗਿਆ ਕਿ ਉਸਦੇ ਨਾਲ ਪੜ੍ਹਦਾ ਹਾਕਮ ਕਦੋਂ ਪਾਰਟੀ ਲਈ ਕਾਮਰੇਡ ਹਾਕਮ ਢਿੱਲੋਂ ਬਣ ਗਿਆ ਸੀ। ਬੱਸ ਅੱਡੇ ਤੋਂ ਕਾਫੀ ਅੱਗੇ ਲੰਘ ਜਾਣ ਤੋਂ ਬਾਅਦ ਕੇਰੂ ਨੂੰ ਲੱਗਿਆ ਜਿਵੇਂ ਉਹ ਤੁਰ ਕੇ ਹੰਭ ਗਿਆ ਹੋਵੇ। ਸੜਕ ਉੱਤੇ ਬਣੀ ਇੱਕ ਪੁਲੀ ਨੂੰ ਦੇਖ ਉਹ 2 ਘੜੀਆਂ ਸਾਹ ਲੈਣ ਲਈ ਉਸ ਦੀ ਬੰਨੀ 'ਤੇ ਬੈਠ ਗਿਆ।
ਆਪਣੇ ਤੇਜ਼ ਚੱਲਦੇ ਸਾਹ ਨੂੰ ਸਾਵਾਂ ਕਰ ਉਸਨੇ ਆਪਣੇ ਥੈਲੇ ਵਿੱਚ ਪਈ ਸ਼ੀਸ਼ੀ ਬਾਹਰ ਕੱਢ ਉਸ ਵਿੱਚੋਂ 2 ਕੁ ਘੁੱਟਾਂ ਭਰ ਉਸ ਵਿਚਲੀ ਬਾਕੀ ਦਾਰੂ ਥੱਲੇ ਲੱਗ ਗਈ ਦੇਖ ਸ਼ੀਸ਼ੀ ਫੇਰ ਥੈਲੇ ਅੰਦਰ ਰੱਖ ਲਈ। ਕਹਿਰ ਸਿਆਂ ਤੂੰ ਤਾਂ ਜਮਾ ਹੀ ਚੌਂ ਗਿਆ ਏਂ। ਗਦਰੀ ਬਾਬਿਆਂ ਦੇ ਮੇਲੇ 'ਤੇ ਆਏ ਹਾਕਮ ਨੂੰ ਕਾਮਰੇਡ ਮੱਖਣ 3-4 ਹੋਰ ਸਾਥੀਆਂ ਨਾਲ ਕਹਿਰੂ ਦੇ ਖੋਖੇ 'ਤੇ ਲਿਆਇਆ ਤਾਂ ਕਹਿਰੂ ਨੂੰ ਥੋੜ੍ਹਾ ਜਿਹਾ ਝੁਕ ਕੇ ਕੰਮ ਕਰਦਾ ਦੇਖ ਹਾਕਮ ਬੋਲਿਆ ਸੀ, ਢਿੱਲੋਂ ਸਾਹਿਬ ਆਪਾਂ ਸਾਰੇ ਹੀ ਹੁਣ ਬੁੱਢੇ ਹੋ ਗਏ ਹਾਂ। ਹਾਕਮ ਦੀ ਆਵਾਜ਼ ਸੁਣ ਲਾਗੇ ਖੜ੍ਹੇ ਕਾਮਰੇਡ ਮੱਖਣ ਦੇ ਮੂੰਹੋਂ ਇਹ ਬੋਲ ਨਿਕਲੇ ਸਨ, ਪਰ ਉਸੇ ਪਲ ਹੀ ਉਹਨਾਂ ਦੇ ਸਿਰਾਂ ਉੱਤੋਂ ਦੀ ਲੰਘੀ ਪੰਛੀਆਂ ਦੀ ਡਾਰ ਵੱਲ ਹਾਕਮ ਨੇ ਕਾਲੇ ਸ਼ੀਸ਼ਿਆਂ ਵਾਲੀ ਐਨਕ ਵਿੱਚੋਂ ਦੀ ਅਸਮਾਨ ਵੱਲ ਇਉਂ ਦੇਖਿਆ ਜਿਵੇਂ ਹਾਕਮ ਉੱਥੇ ਖੜ੍ਹੇ ਬਾਕੀਆਂ ਨਾਲੋਂ ਆਪਣੇ ਆਪ ਨੂੰ ਅਲੱਗ ਸਮਝ ਰਿਹਾ ਹੋਵੇ। ਹਾਕਮ ਸਿਆਂ ਆਹ ਜਿਹੜੀ ਗਰੀਬੀ ਨਾਂ ਦੀ ਬਿਮਾਰੀ ਸਾਡੇ ਲੋਕਾਂ ਨੂੰ ਚਿੰਬੜੀ ਹੋਈ ਆ, ਇਸ ਨੇ ਤਾਂ ਮੇਰੇ ਅਰਗਿਆਂ ਨੂੰ ਚੜ੍ਹਦੀ ਉਮਰੇ ਹੀ ਬੁੱਢਾ ਬਣਾ ਤਾ। ਕਹਿਰੂ ਦਾ ਮਨ ਕੀਤਾ ਕਿ ਉਹ ਹਾਕਮ ਨੂੰ ਇਹ ਗੱਲ ਦੱਸੇ, ਪਰ ਉਸ ਸਮੇਂ ਕੁਝ ਵੀ ਆਖਣ ਲਈ ਉਸਦਾ ਚਿੱਤ ਨਾ ਮੰਨਿਆ। ਹੁਣ ਤਾਂ ਤੇਰਾ ਮੁੰਡਾ ਵੀ ਜਵਾਨ ਹੋ ਗਿਆ ਏ। ਕਹਿਰੂ ਦੇ ਲਾਗੇ ਖੜ੍ਹੇ ਉਸਦੇ ਮੁੰਡੇ ਰਾਮੇ ਬਾਰੇ ਮੱਖਣ ਦੇ ਦੱਸਣ 'ਤੇ ਰਾਮੇ ਦੇ ਚਿਹਰੇ ਵੱਲ ਦੇਖ ਜਿਵੇਂ ਹਾਕਮ ਨੂੰ ਹੈਰਾਨੀ ਹੋਈ ਹੋਵੇ। ਇਸ ਨੂੰ ਬਾਹਰ ਭੇਜਣ ਦੀ ਤਿਆਰੀ ਕਰ। ਹੁਣ ਤਾਂ ਬਾਹਰ ਜਾਣਾ ਬਹੁਤ ਆਸਾਨ ਆ। ਪੜ੍ਹਨ ਜਾਣ ਵਾਲੇ ਮੁੰਡੇ ਕੁੜੀਆਂ ਲਈ ਕੈਨੇਡਾ ਨੇ ਰਾਹ ਖੋਲ੍ਹਤਾ। ਸਾਡੇ ਵੇਲੇ ਤਾਂ ਇਹ ਕੰਮ ਬਹੁਤ ਔਖਾ ਸੀ। ਸਾਨੂੰ ਬਾਹਰ ਜਾਣ ਲਈ ਰੁਪਈਆਂ ਦੀਆਂ ਕਈ ਪੰਡਾਂ ਏਜੰਟਾਂ ਨੂੰ ਦੇਣੀਆਂ ਪਈਆਂ ਸਨ। ਹਾਕਮ ਨੇ ਆਪਣੀ ਗੱਲ ਅੱਗੇ ਤੋਰੀ ਸੀ, ਮਾਲਕੋ ਜਿਨ੍ਹਾਂ ਕੋਲ ਕੁਝ ਹੋ ਉਹ ਹੀ ਬਾਹਰ ਜਾਣ ਬਾਰੇ ਸੋਚੋ। ਦਿਹਾੜੀ ਕਰਨ ਵਾਲੇ ਮਾਦੜ ਸਾਥੀਆਂ ਨੂੰ ਕੌਣ ਪੁੱਛਦਾ। ਹਾਕਮ ਦੀ ਗੱਲ ਸੁਣ ਇੱਧਰ ਉੱਧਰ ਤੁਰੇ ਫਿਰਦੇ ਕਹਿਰੂ ਨੇ ਇਹ ਗੱਲ ਵੀ ਉਸਨੂੰ ਆਖਣੀ ਚਾਹੀ, ਪਰ ਉਸ ਕੋਲੋਂ ਆਖੀ ਨਾ ਗਈ। ਕਹਿਰ ਸਿਆਂ ਇਸ ਨੂੰ ਆਇਲਟਸ ਕਰਵਾ ਦੇ, ਬਾਹਰ ਜਾਣ ਲਈ ਕੋਈ ਨਾ ਕੋਈ ਸਬੱਬ ਆਪੇ ਬਣ ਜੂ। ਕਹਿਰੂ ਨੂੰ ਕੋਈ ਜਵਾਬ ਨਾ ਦਿੰਦਾ ਦੇਖ ਇਹ ਗੱਲ ਆਖ ਹਾਕਮ ਫੋਨ ਸੁਣਨ ਦਾ ਬਹਾਨਾ ਬਣਾ ਹੈਲੋ ਹੈਲੋ ਆਖਦਾ ਉਹਨਾਂ ਤੋਂ ਪਰੇ ਜਾ ਖੜਾ। ਪੁਲੀ ਦੀ ਬੰਨੀ ਤੋਂ ਉੱਠ ਤੁਰਨ ਲੱਗੇ ਕਹਿਰੂ ਨੇ ਆਪਣੇ ਥੈਲੇ ਵਿਚਲੀ ਸ਼ੀਸ਼ੀ ਵਿੱਚ ਬਚੀਆਂ 2 ਘੁੱਟਾਂ ਦਾਰੂ ਵੀ ਸੰਗ ਹੇਠਾਂ ਕਰ ਖਾਲੀ ਸ਼ੀਸ਼ੀ ਪਰਾਂ ਵਗਾਹ ਮਾਰੀ। ਉਸ ਸਮੇਂ ਕਹਿਰੂ ਦੀਆਂ ਅੱਖਾਂ ਅੱਗੇ ਅਚਾਨਕ ਕੈਨੇਡਾ ਰਹਿੰਦੇ ਦਲੇਰ ਦਾ ਚਿਹਰਾ ਚਮਕਿਆ ਤਾਂ ਉਸਦੀ ਤੋਰ ਵੀ ਪਹਿਲਾਂ ਨਾਲੋਂ ਜ਼ਿਆਦਾ ਤੇਜ਼ੀ ਆ ਗਈ। ਕਹਿਰੂ ਦੀ ਉਸ ਸਮੇਂ ਤੱਕ ਦੀ ਜ਼ਿੰਦਗੀ ਵਿੱਚ ਆਏ ਉਸਦੇ ਜਾਣ ਪਛਾਣ ਨਾਲੋਂ ਦਲੇਰ ਬਿਲਕੁਲ ਅਲੱਗ ਤਰ੍ਹਾਂ ਦਾ ਬੰਦਾ ਸੀ। ਫਗਵਾੜੇ ਕਾਲਜ ਵਿੱਚ ਪੜ੍ਹਦੇ ਸਮੇਂ ਵਿਦਿਆਰਥੀ ਜਥੇਬੰਦੀ ਦੀਆਂ ਖਬਰਾਂ ਅਖਬਾਰਾਂ ਦੇ ਦਫ਼ਤਰਾਂ ਵਿੱਚ ਦੇਣ ਲਈ ਅਕਸਰ ਹੀ ਉਸਨੂੰ ਜਲੰਧਰ ਜਾਣਾ ਪੈਂਦਾ ਸੀ। ਦੇਸ਼ ਭਗਤ ਯਾਦਗਾਰ ਹਾਲ ਵੀ ਉਸਦਾ ਚੱਕਰ ਲੱਗਦਾ ਹੀ ਰਹਿੰਦਾ। ਕਾਮਰੇਡ ਮੱਖਣ ਸਿੰਘ ਦੇ ਨਾਲ ਕਹਿਰੂ ਦਲੇਰ ਨੂੰ ਪਹਿਲੀ ਵਾਰ ਉੱਥੇ ਹੀ ਮਿਲਿਆ। ਵਾਰ-ਵਾਰ ਮਿਲਦੇ ਰਹਿਣ 'ਤੇ ਕਹਿਰੂ ਨੂੰ ਦਲੇਰ ਚੰਗਾ ਲੱਗਣ ਲੱਗ ਪਿਆ ਸੀ। ਜਦ ਕਦੇ ਵੀ ਉਹ ਇੰਡੀਆ ਆਇਆ ਤਾਂ ਕਹਿਰੂ ਦਾ ਪਤਾ ਲੱਭ ਉਸ ਨੂੰ ਜ਼ਰੂਰ ਮਿਲ ਕੇ ਗਿਆ। ਗਦਰੀ ਬਾਬਿਆਂ ਦੇ ਮੇਲੇ 'ਤੇ ਵੀ ਉਹ ਦੂਜੇ-ਤੀਜੇ ਵਰ੍ਹੇ ਆਉਂਦਾ ਰਹਿੰਦਾ ਸੀ। ਆਹ ਰੱਖ ਲੈ ਕੰਮ ਆਉਣਗੇ। ਜਦ ਕਦੇ ਦਲੇਰ ਉਸਨੂੰ ਇੰਡੀਆ ਆ ਕੇ ਮਿਲਦਾ ਤਾਂ ਵਾਪਸ ਜਾਣ ਸਮੇਂ ਕਹਿਰੂ ਨੂੰ ਕੁਝ ਨਾ ਕੁਝ ਜ਼ਰੂਰ ਦੇ ਕੇ ਜਾਂਦਾ। ਦਲੇਰ ਉਸਦੀ ਮਾਇਕ ਸਥਿਤੀ ਤੋਂ ਬਹੁਤ ਚੰਗੀ ਤਰ੍ਹਾਂ ਵਾਕਫ ਸੀ। 1-2 ਵਾਰ ਉਸਨੇ ਕਹਿਰੂ ਦੇ ਬੱਚਿਆਂ ਲਈ ਕੱਪੜੇ ਵੀ ਲੈ ਕੇ ਦਿੱਤੇ ਸਨ। ਦਲੇਰ ਦੀ ਯਾਦ ਆਉਣ 'ਤੇ ਕਹਿਰੂ ਨੂੰ ਆਪਣੀ ਕੁੱਟ-ਕੁ ਪੀਤੀ ਹੋਈ ਦਾ ਵੀ ਬਹੁਤ ਜ਼ਿਆਦਾ ਨਸ਼ਾ ਲੱਗ ਰਿਹਾ ਸੀ। ਉਸਦੇ ਚਾਹ ਦਾ ਖੋਖਾ ਲਾ ਲੈਣ ਤੋਂ ਬਾਅਦ ਵੀ ਉਹ ਕਹਿਰੂ ਨੂੰ ਮਿਲ ਕੇ ਗਿਆ ਸੀ। ਮੁੰਡੇ ਬਾਰੇ ਉਸਨੂੰ ਫੋਨ ਕਰਾਂਗਾ। ਕਹਿਰੂ ਨੇ ਆਪਣੇ ਮੁੰਡੇ ਰਾਮੇ ਬਾਰੇ ਦਲੇਰ ਨੂੰ ਫੋਨ ਕਰਨ ਬਾਰੇ ਕਈ ਵਾਰ ਸੋਚਿਆ, ਪਰ ਖੋਖੇ 'ਤੇ ਪਹੁੰਚ ਕੰਮ ਲੱਗ ਜਾਣ ਤੋਂ ਬਾਅਦ ਉਹ ਇੰਨਾ ਕੁ ਰੁੱਝ ਜਾਂਦਾ ਸੀ ਉਸਨੂੰ ਰਾਤ ਦਾ ਸੋਚਿਆ ਹੋਇਆ ਸਭ ਕੁਝ ਹੀ ਭੁੱਲ ਜਾਂਦਾ। ਘਰ ਵੱਲ ਤੇਜ਼ ਤੁਰੇ ਜਾਂਦੇ ਕਹਿਰੂ ਨੂੰ ਦਲੇਰ ਦੀਆਂ ਗੱਲਾਂ ਯਾਦ ਆ ਜਾਣ 'ਤੇ ਵੀ ਜਿਵੇਂ ਉਸਦੇ ਦਿਨ ਭਰ ਦਾ ਥਕੇਵਾਂ ਲਹਿ ਗਿਆ ਹੋਵੇ।